ਸ੍ਰੀ ਗੁਰਪੁਰਬ ਪ੍ਰਕਾਸ਼ ਗ੍ਰੰਥ ਅਧਿਆਇ ਚੌਥਾ ਜੀਵਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ। ਦੋਹਰਾ ਸ੍ਰੀ ਸਤਿਗੁਰ ਹਰਿਕ੍ਰਿਸ਼ਨ ਜੀ ਪੁਨ ਪੰਜੋਖਰੇ ਜਾਏ ਸੁੰਦਰ ਥਲ ਪਿਖ ਏਕ ਤਹਿ ਦੀਨੋ ਸਿਵਰ ਲਗਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਸ੍ਰੀ ਸਤਿਗੁਰ ਹਰਿਕ੍ਰਿਸ਼ਨ ਜੀ ਪੁਰ ਪੰਜੋਖਰੇ ਜਾਏ। ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਤਪੁਰ ਸਾਹਿਬ ਤੋਂ ਤੁਰ ਕਰਕੇ ਰਸਤੇ ਵਿੱਚ ਹਨੇਰੇ ਹੋਣ ਤੋਂ ਪਹਿਲਾਂ ਸਤਿਗੁਰੂ ਜੀ ਸਿਵਰ ਕਰਦੇ ਹਨ ਤੇ ਆਰਾਮ ਕਰਕੇ ਤੇ ਦੂਸਰੇ ਦਿਨ ਫਿਰ ਅੱਗੇ ਸਫ਼ਰ ਨੂੰ ਤੈਅ ਕਰਦੇ ਹਨ। ਆਉਂਦਿਆਂ ਦਿੱਲੀ ਵੱਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਹੁਣ ਉਹ ਅਸਥਾਨ ਤੇ ਪਹੁੰਚੇ ਜਿਹਦਾ ਨਾਂ ਪੰਜੋਖਰਾ ਸਾਹਿਬ ਹੈ। ਸੁੰਦਰ ਥਲ ਪਿਖ ਏਕ ਤਹਿ ਦੀਨੋ ਸਿਵਰ ਲਗਾਏ। ਇੱਕ ਸੁੰਦਰ ਥਾਂ ਦੇਖ ਕੇ ਪੰਜੋਖਰਾ ਸਾਹਿਬ ਵਿਖੇ ਉੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣਾ ਜਿਹੜਾ ਸਿਵਰ ਜੋ ਆਪਣਾ ਟੈਂਟ ਜਿਹੜਾ ਹੈ ਤੰਬੂ ਲਗਾ ਲੇ ਰਾਤ ਦਾ ਆਰਾਮ ਕਰਨ ਵਾਸਤੇ। ਚੌਪਈ ਇੱਕ ਸਿੱਖ ਆ ਕਰ ਬਿਨਾ ਉਚਾਰੀ। ਇੱਕ ਸਿੱਖ ਨੇ ਆ ਕਰਕੇ ਸਤਿਗੁਰਾਂ ਅੱਗੇ ਬੇਨਤੀ ਕੀਤੀ, ਗੁਰ ਜੀ ਸੰਗਤ ਆਵਤ ਭਾਰੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਹੁਤ ਸਾਰੀ ਸੰਗਤ ਪਿੱਛੇ ਆਪ ਜੀ ਦੇ ਆ ਰਹੀ ਹੈ ਆਪ ਜੀ ਦੇ ਦਰਸ਼ਨ ਕਰਨ ਵਾਸਤੇ। ਜਿਵੇਂ ਪਿਛਲੇ ਅਧਿਆਇ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜਿਹੜੇ ਵੀ ਪਿੰਡ ਜਾਂਦੇ ਹਨ ਉੱਥੋਂ ਦੇ ਲੋਕ ਰਹਿਣ ਵਾਲੇ ਵਸਨੀਕ ਜਿਹੜੇ ਆ ਉਹ ਨਾਲ ਹੀ ਤੁਰ ਪੈਂਦੇ ਹਨ ਸਤਿਗੁਰਾਂ ਦੇ ਵੀ ਅਸੀਂ ਵੀ ਦਿੱਲੀ ਜਾਣਾ ਹੈ। ਇਹੀ ਖਬਰ ਜਿਹੜੀ ਹੈ ਪੰਜੋਖਰਾ ਸਾਹਿਬ ਵਿਖੇ ਵੀ ਸਤਿਗੁਰਾਂ ਨੂੰ ਇੱਕ ਸਿੱਖ ਨੇ ਦਿੱਤੀ ਕਿ ਸਤਿਗੁਰੂ ਜੀ ਇੱਕ ਦੋ ਰਾਤਾਂ ਹੋਰ ਇੱਥੇ ਆਪਾਂ ਕੱਟ ਲਈਏ ਕਿਉਂਕਿ ਸੰਗਤ ਬਹੁਤ ਸਾਰੀ ਆ ਰਹੀ ਹੈ ਪਿੱਛੇ ਆਪ ਜੀ ਦੇ ਦਰਸ਼ਨਾਂ ਦੀ ਜਿਹੜੀ ਆਸ ਰੱਖ ਕੇ। ਇੱਕ ਦਿਨ ਇਹਾ ਮੁਕਾਮ ਕਰੀਜ ਹੈ। ਇੱਕ ਦਿਨ ਦਾ ਜਿਹੜਾ ਮੁਕਾਮ ਹੈ ਇੱਥੇ ਇੱਕ ਹੋਰ ਦਿਨ ਦਾ ਕਰ ਲਈਏ। ਪ੍ਰੇਮੀ ਸਿੱਖਨ ਦਰਸ਼ਨ ਦੀਜ ਹੈ। ਕਹਿਣਗੇ ਇਹ ਜਿਹੜੇ ਆਏ ਹਨ ਸੰਗਤ ਆਪ ਜੀ ਦੇ ਦਰਸ਼ਨਾਂ ਦੀ ਆਸ ਨੂੰ ਲੈ ਕੇ ਕਿਤੇ ਨਿਰਾਸ਼ੇ ਹੀ ਨਾ ਉਹਨਾਂ ਨੂੰ ਵਾਪਸ ਜਾਣਾ ਪਵੇ। ਕਹਿੰਦੇ ਕਿਰਪਾ ਕਰਕੇ ਸਤਿਗੁਰੂ ਜੀ ਉਹਨਾਂ ਦੀ ਜਿਹੜੀ ਆਸਾ ਹੈ ਇੱਛਾ ਹੈ ਸਤਿਗੁਰੂ ਜੀ ਪੂਰੀ ਕਰ ਦਿਓ। ਇੱਕ ਦਿਨ ਹੋਰ ਆਪਾਂ ਇੱਥੇ ਰਹਿ ਪੈਂਦੇ ਹਾਂ। ਸੁਨ ਸ੍ਰੀ ਸਤਿਗੁਰ ਹਿਰਦੇ ਵਿਚਾਰੀ। ਉਸ ਵੇਲੇ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੇ ਸਿੱਖ ਦੀ ਬੇਨਤੀ ਨੂੰ ਸੁਣ ਕੇ ਵਿਚਾਰ ਕੀਤੀ। ਨਿਤ ਪ੍ਰਤ ਸੰਗਤ ਪਹੁੰਚਤ ਭਾਰੀ। ਦੇਖੋ ਕਹਿੰਦੇ ਵੀ ਇੱਕ ਦਿਨ ਦੀ ਗੱਲ ਤਾਂ ਨਹੀਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮਨ ਵਿੱਚ ਵਿਚਾਰ ਕੀਤੀ ਕਿ ਇੱਕ ਦਿਨ ਦੀ ਤਾਂ ਗੱਲ ਨਹੀਂ ਹੈ ਜਿੱਥੇ ਵੀ ਜਾਵਾਂਗੇ ਉੱਥੇ ਇਹੀ ਹੋਣਾ ਹੈ ਸੰਗਤਾਂ ਨੇ ਆਉਣਾ ਹੈ ਤੇ ਅਸੀਂ ਜੇ ਸਾਰਿਆਂ ਨੂੰ ਇਸ ਤਰ੍ਹਾਂ ਹੀ ਡਿੱਕਣ ਲੱਗ ਪਏ ਤਾਂ ਬਹੁਤ ਲੰਮਾ ਸਮਾਂ ਲੱਗ ਜਾਏਗਾ ਜਦੋਂ ਤੱਕ ਦਿੱਲੀ ਪਹੁੰਚਾਂਗੇ। ਹਮ ਕੋ ਗਮਨਤ ਸੁਨ ਬਹੁਤ ਭਾਵ ਹੈ। ਦੇਖੋ ਕਹਿੰਦੇ ਸਾਨੂੰ ਜਾਂਦਿਆਂ ਹੋਇਆਂ ਦੀ ਖਬਰ ਸੁਣ ਕੇ ਬਹੁਤ ਸੰਗਤਾਂ ਦਾ ਪਿਆਰ ਉਤਸ਼ਾਹ ਜਾਗ ਪੈਂਦਾ ਹੈ। ਉਸੇ ਵੇਲੇ ਉਹ ਤੁਰ ਪੈਂਦੇ ਨੇ ਸਾਡੇ ਦਰਸ਼ਨਾਂ ਵਾਸਤੇ ਹੁਮ ਹਮਾ ਕੇ ਆ ਰਹੇ ਹਨ। ਮਾਰਗ ਵਿਖੇ ਸ਼ਰਮਤ ਅਕੁਲਾਵ ਹੈ। ਦੇਖੋ ਕਹਿੰਦੇ ਸੰਗਤ ਜਿਹੜੀ ਹੈ ਸਾਡੇ ਪਿਆਰ ਵਿੱਚ ਤਾਂ ਆ ਰਹੀ ਹੈ ਪਰ ਸਾਰੀ ਸੰਗਤ ਨੂੰ ਬੜੀ ਖੇਚਲ ਹੋਵੇਗੀ ਕਿਉਂਕਿ ਰਸਤੇ ਦੇ ਵਿੱਚ ਉਹਨਾਂ ਨੂੰ ਥਕੇਵਾਂ ਵੀ ਬਹੁਤ ਹੋਵੇਗਾ ਤੇ ਸਹੂਲਤਾਂ ਵੀ ਉੱਥੇ ਖਾਣ ਦੀਆਂ ਪੀਣ ਦੀਆਂ ਜਾਂ ਲੰਗਰ ਦੀਆਂ ਰਹਿਣ ਦੀਆਂ ਸੌਣ ਦੀਆਂ ਵੀ ਕੋਈ ਨਹੀਂ ਹੈਗੀਆਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸੰਗਤ ਦਾ ਫਿਕਰ ਕਰਦੇ ਹਨ ਵੀ ਸੰਗਤ ਨੂੰ ਬੇਰਾਮੀ ਬਹੁਤ ਹੋਵੇਗੀ ਜਾਂ ਤੇ ਕਛ ਉਪਾਏ ਅਸ ਕਰ ਹੈ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹ ਫੈਸਲਾ ਕੀਤਾ ਕੋਈ ਉਪਾਅ ਸੋਚਿਆ ਜਾਵੇ ਜਿਹਦੇ ਕਰਕੇ ਇਹ ਕਾਰਜ ਜਿਹੜਾ ਹੈ ਨਜਿੱਠਿਆ ਜਾਵੇ ਜਿੱਥੇ ਸੰਗਤ ਦੀ ਇੱਛਾ ਵੀ ਪੂਰੀ ਹੋ ਜਾਵੇ ਤੇ ਸੰਗਤ ਨੂੰ ਬਹੁਤੀ ਖੇਚਲ ਵੀ ਨਾ ਉਠਾਣੀ ਪਵੇ। ਜਿਹਤੇ ਸੰਗਤ ਆਏ ਨਾ ਥਿਰ ਹੈ। ਕਹਿਣਗੇ ਜਿਹਦੇ ਕਰਕੇ ਸੰਗਤ ਜਿਹੜੀ ਹੈ ਆ ਕਰਕੇ ਉਹਨਾਂ ਨੂੰ ਆਪਣਾ ਘਰ-ਬਾਰ ਜਿਹੜਾ ਛੱਡ ਕੇ ਸਾਡੇ ਨਾਲ ਬਹੁਤਾ ਚਰਨਾ ਰਹਿਣਾ ਪਵੇ। ਅਸ ਵਿਚਾਰ ਗੁਰ ਸ੍ਰੀ ਸੁਖਦਾਈ। ਇਸੇ ਵਿਚਾਰ ਕਰਕੇ ਸੁੱਖਾਂ ਦੇ ਦਾਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੇ ਇੱਕ ਥਲ ਸੁੰਦਰ ਪਿਖ ਤੇ ਥਾਈ। ਸਤਿਗੁਰ ਸੱਚੇ ਪਾਤਸ਼ਾਹ ਨੇ ਇੱਕ ਸੁੰਦਰ ਥਾਂ ਦੇਖਣਾ ਕੀਤਾ ਪੰਜੋਖਰਾ ਸਾਹਿਬ ਵਿਖੇ। ਸਿੱਖਤਾ ਬਿਥਰੀ ਜ਼ਹਿਰ ਮਣੀਕਾ। ਉਹ ਅਸਥਾਨ ਬੜਾ ਸੁੰਦਰ ਸੀ ਜਿਹੜਾ ਸਤਿਗੁਰਾਂ ਦੇ ਜਿਹੜਾ ਪਸੰਦ ਆਇਆ ਤੇ ਉੱਥੇ ਬਹੁਤ ਸਾਰਾ ਰੇਤਾ ਜਿਹੜਾ ਹੈ ਖਿਲਰਿਆ ਪਿਆ ਸੀਗਾ। ਆਏ ਥਿਰੇ ਤੇ ਸੋਢੇ ਟੀਕਾ। ਸਤਿਗੁਰ ਸੱਚੇ ਪਾਤਸ਼ਾਹ ਜੋ ਸੋਢੀਆਂ ਦੇ ਟੀਕਾ ਹਨ ਸੁੰਦਰਤਾ ਜੋ ਜਿਹੜਾ ਹਨ ਸ਼ਿੰਗਾਰ ਹਨ ਸੋਢੀ ਕੁਲ ਦੇ ਸਤਿਗੁਰ ਸੱਚੇ ਪਾਤਸ਼ਾਹ ਉਹ ਰੇਤੇ ਵਾਲੇ ਥਾਂ ਤੇ ਆ ਗਏ। ਸਿੱਖਣ ਕੋ ਤਬ ਹੁਕਮ ਸੁਨਾਇਓ। ਉਸ ਵੇਲੇ ਸਿੱਖਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਨੇ ਹੁਕਮ ਸੁਨਾਇਆ। ਸਿੱਖਤਾ ਕੋ ਸੁਭ ਥੜਾ ਬਣਾਇਓ। ਕਹਿੰਦੇ ਇਹ ਸਾਰੀ ਜਿਹੜੀ ਰੇਤਾ ਖਿਲਰੀ ਪਈ ਹੈ ਇਹਨੂੰ ਇਕੱਠੀ ਕਰਕੇ ਇੱਕ ਥੜਾ ਬਣਾਇਆ ਜਾਵੇ। ਇੱਕ ਥੜਾ ਜਿਹੜਾ ਪਲੇਟਫਾਰਮ ਹੈ ਉਹ ਬਣਾਇਆ ਜਾਵੇ। ਸੁਨ ਸਿੱਖ ਹੁਕਮ ਸਭੀ ਲਗ ਪਰੇ। ਜਦੋਂ
ਜਿਹੜਾ ਸਿੱਖਾਂ ਨੇ ਇਹ ਹੁਕਮ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦਾ ਸੁਣਿਆ, ਉਸੇ ਵੇਲੇ ਉਹ ਸੇਵਾ ਵਿੱਚ ਲੱਗੇ ਤੇ ਰੇਤਾ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ। ਖਰੋ ਤਿਆਰ ਤਤ ਛਿਨ ਤਹਿ ਕਰੇ। ਕਹਿੰਦੇ ਖਰੋ ਤਿਆਰ ਜਿਹੜਾ ਹਨ ਉਹ ਥੜਾ ਜਿਹੜਾ ਹਨ ਖੜਾ ਕਰ ਦਿੱਤਾ, ਉਸੇ ਵੇਲੇ ਉਹਨੂੰ ਕੰਸਟਰਕਟ ਕਰਕੇ ਬਣਾ ਕੇ ਤੇ ਉਸੇ ਛਿਨ ਜਿਹੜਾ ਹੈ ਉਹਨੂੰ ਮੁਕੰਮਲ ਕਰ ਦਿੱਤਾ। ਪੁਨ ਗੁਰ ਫਰਸ਼ ਭਲੇ ਕਰਵਾਏ। ਸਤਿਗੁਰੂ ਸੱਚੇ ਪਾਤਸ਼ਾਹ ਨੇ ਥੜਾ ਜਦੋਂ ਕੱਚਾ ਬਣਿਆ ਦੇਖਿਆ, ਉੱਤੇ ਫਰਸ਼ ਕਰਾ ਦਿੱਤਾ। ਫਰਸ਼ ਹੁੰਦਾ ਹੈ ਕਿ ਉਹਦੇ ਉੱਤੇ ਜਿਹੜਾ ਹਨ ਸਫਾਈ ਕਰ ਦਿੱਤੀ, ਬੈਠਣ ਜੋਗਾ ਥਾਂ ਜਿਹੜਾ ਸੀ ਉਹਨੂੰ ਬਣਾ ਲਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫਰਸ਼ ਦਾ ਮਤਲਬ ਇਹ ਵੀ ਹੁੰਦਾ ਵੀ ਮਾਰਬਲ ਲਾ ਦੇਣੀ, ਜਾਂ ਅੱਜ ਕੱਲ੍ਹ ਟਾਈਲਾਂ ਲੋਕ ਲਾਉਂਦੇ ਨੇ, ਉਹਨੂੰ ਫਰਸ਼ ਕਹਿੰਦੇ ਹਾਂ। ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜੋ ਸੁੰਦਰ ਪੱਥਰ ਸਨ ਉਹ ਲਗਾ ਕੇ ਉਹਨੂੰ ਇੱਕ ਜੈਸਾ ਮਾਰਬਲ ਲਾ ਕੇ ਕਰ ਦਿੱਤਾ ਜੀ ਠੀਕ। ਖਿੰਦ ਪੇ ਆਪ ਦੀਵਾਨ ਲਗਾਏ। ਸਤਿਗੁਰੂ ਸੱਚੇ ਪਾਤਸ਼ਾਹ ਉਹ ਥੜੇ ਤੇ ਬਹਿ ਕਰਕੇ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਨੇ ਦੀਵਾਨ ਸਜਾਉਣਾ ਕੀਤਾ। ਮਹਾਰਾਜ ਜੀ ਦੀਵਾਨ ਲਾ ਕੇ ਸੰਗਤਾਂ ਨੂੰ ਦਰਸ਼ਨ ਦੇ ਰਹੇ ਹਨ। ਸਿੱਖ ਸੰਗਤ ਚੌਹਦੇ ਸਥਿਤ ਭਈ। ਸੰਗਤ ਨੇ ਜਦੋਂ ਦੇਖਿਆ ਕਿ ਮਹਾਰਾਜ ਜੀ ਸੁੰਦਰ ਥੜੇ ਤੇ ਬੈਠੇ ਹਨ, ਚਾਰੇ ਪਾਸਿਆਂ ਤੇ ਸੰਗਤਾਂ ਨੇ ਆਪਣੇ ਆਸਨ ਲਾ ਲਏ ਤੇ ਮਹਾਰਾਜ ਜੀ ਬਚਾ ਲਏ ਹਨ। ਹੋਵੈ ਕੀਰਤ ਯਸ ਪ੍ਰਭ ਮਈ। ਦੇਖੋ ਹੋਵੈ ਕੀਰਤ ਸਤਿਗੁਰਾਂ ਦੀ ਸਾਰੇ ਪਾਸਿਆਂ ਤੋਂ ਹੋ ਰਹੀ ਹੈ। ਕਹਿੰਦੇ ਯਸ ਪ੍ਰਭ ਮਈ, ਮਹਾਰਾਜ ਦੀ ਕੀਰਤੀ ਕੈਸੀ ਹੈ, ਜਿਵੇਂ ਪਰਮੇਸ਼ਰ ਦੀ ਕੀਰਤੀ ਹੈ ਇਸੇ ਤਰ੍ਹਾਂ ਸਤਿਗੁਰਾਂ ਦੀ ਹੈ। ਪਾਛਲ ਸੰਗਤ ਭੀਤ ਹੈ ਆਈ। ਤੇ ਪਿੱਛੋਂ ਜਿਹੜੀ ਸੰਗਤ ਚੱਲ ਕੇ ਆ ਰਹੀ ਸੀ ਉਹ ਵੀ ਉੱਥੇ ਪਹੁੰਚ ਗਈ ਆ ਕੇ ਪੰਜੋਖੜਾ ਸਾਹਿਬ ਵਿਖੇ। ਦਰਸ਼ਨ ਕੀਨ ਗੁਰੂ ਸੁਖਦਾਈ। ਤੇ ਦਰਸ਼ਨ ਕਰਕੇ ਸੁੱਖਾਂ ਨੂੰ ਦੇਣ ਵਾਲੇ ਸਤਿਗੁਰਾਂ ਦੇ ਅਨੇਕ ਪ੍ਰਕਾਰਨ ਭੇਟ ਚੜਾਈ। ਤੇ ਅਨੇਕਾਂ ਤਰ੍ਹਾਂ ਦੀਆਂ ਭੇਟਾਵਾਂ ਜਿਹੜੀਆਂ ਲੈ ਕੇ ਆਈਆਂ ਸਨ ਸੰਗਤਾਂ, ਸਤਿਗੁਰਾਂ ਦੇ ਅੱਗੇ ਅਰਪਣ ਕੀਤੀਆਂ, ਮੱਥਾ ਟੇਕ ਕੇ ਮਨੋ ਕਾਮਨਾ ਗੁਰ ਤੇ ਪਾਈ। ਸਤਿਗੁਰ ਸੱਚੇ ਪਾਤਸ਼ਾਹ ਤੋਂ ਆਪਣੀਆਂ ਮਨੋ ਕਾਮਨਾ ਉਹਨਾਂ ਨੇ ਪੂਰੀਆਂ ਕਰਾਈਆਂ। ਦੇਗ ਅਟੂਟ ਹੋਏ ਗੁਰ ਕੇਰੀ। ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਜੋ ਦੇਗ ਹੈ, ਕੜਾ ਪ੍ਰਸ਼ਾਦ ਹੈ, ਜਿਹੜਾ ਹੈ ਲੰਗਰ ਹਨ, ਉਹ ਅਟੁੱਟ ਵਰਤਦੇ ਹਨ ਸੰਗਤਾਂ ਵਾਸਤੇ। ਸਿੱਖ ਸੰਗਤ ਸਭ ਛਕ ਹੈ ਕਨੇਰੀ। ਸਾਰੀ ਸੰਗਤ ਜਿਹੜੀ ਹੈ ਰੱਜ ਰੱਜ ਕੇ ਛਕ ਰਹੀ ਹੈ। ਪ੍ਰੇਮ ਜਾਨ ਬਹੁ ਸੰਗਤ ਕੇਰਾ। ਦੇਖੋ ਪ੍ਰੇਮ ਜਾਣ ਕੇ ਸੰਗਤਾਂ ਦਾ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਰਾਖਿਓ ਗੁਰਮੁਕਾਮ ਤੇ ਡੇਰਾ। ਮਹਾਰਾਜ ਨੇ ਇੱਕ ਰਾਤ ਹੋਰ ਉੱਥੇ ਮਹਾਰਾਜ ਨੇ ਆਪਣਾ ਮੁਕਾਮ ਰੱਖਿਆ ਤੇ ਪੰਜੋਖਰਾ ਸਾਹਿਬ ਵਿਖੇ ਮਹਾਰਾਜ ਜੀ ਰਹੇ। ਨਿਸ ਬਤੀਤ ਭੀ ਪ੍ਰਾਤੀ ਥਾਈ। ਜਦੋਂ ਰਾਤ ਦੂਜੀ ਬੀਤ ਗਈ, ਪ੍ਰਾਤ ਸਵੇਰ ਹੋਈ, ਉਸ ਵੇਲੇ ਲੱਗਿਓ ਦੀਵਾਨ ਅਦਕ ਸੁਖਦਾਈ। ਸਤਿਗੁਰੂ ਸੱਚੇ ਪਾਤਸ਼ਾਹ ਨੇ ਵੱਡਾ ਦੀਵਾਨ ਲਗਾਉਣਾ ਕੀਤਾ, ਜਿਹੜੇ ਦੀਵਾਨ ਵਿੱਚ ਸਾਰੀ ਸੰਗਤ ਨੇ ਆ ਕੇ ਸਤਿਗੁਰਾਂ ਦੇ ਦਰਸ਼ਨ ਕੀਤੇ ਤੇ ਦਰਸ਼ਨ ਕਰਕੇ ਸਤਿਗੁਰਾਂ ਦੇ ਚਰਨਾਂ ਦਾ ਪ੍ਰਸੰਨ ਕੀਤਾ। ਇੱਕ ਸਿੱਖ ਰਾਮੇ ਬਿਨੋ ਉਚਾਰੀ। ਇੱਕ ਸਿੱਖ ਆਇਆ ਜਿਹਦਾ ਨਾਂ ਸੀ ਭਾਈ ਰਾਮਾ ਜੀ, ਤੇ ਭਾਈ ਰਾਮਾ ਜੀ ਨੇ ਆ ਕੇ ਬੇਨਤੀ ਕੀਤੀ ਸਤਿਗੁਰਾਂ ਨੂੰ, ਏ ਸ੍ਰੀ ਸਤਿਗੁਰੂ ਜੀ ਬਲਿਹਾਰੀ। ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਲਿਹਾਰੇ ਜਾਈਏ ਤੁਹਾਡੇ ਦਰਸ਼ਨਾਂ ਤੋਂ। ਜਿਸ ਵਿਦ ਹੋਏ ਉਧਾਰ ਹਮਾਰਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਉਹ ਉਪਦੇਸ਼ ਦਿਓ ਸਾਨੂੰ ਜਿਹਦੇ ਕਰਕੇ ਸਾਡਾ ਉਧਾਰ ਹੋਵੇ, ਸਾਡੀ ਮੁਕਤੀ ਹੋਵੇ, ਸਾਡਾ ਛੁਟਕਾਰਾ ਹੋਵੇ। ਸੋ ਉਪਦੇਸ਼ ਕਰੋ ਸੁਖ ਸਾਰਾ। ਸੋ ਉਹ ਉਪਦੇਸ਼ ਜਿਹੜਾ ਹੈ ਸੁੱਖਾਂ ਦੀ ਸਾਰ, ਸੁੱਖਾਂ ਨੂੰ ਦੇਣ ਵਾਲਾ ਉਹ ਉਪਦੇਸ਼ ਸਾਨੂੰ ਦਿਓ ਜਿਹੜਾ ਲੋਕ ਪਰਲੋਕ ਵਿੱਚ ਸੁੱਖਾਂ ਦਾ ਦਾਤਾ ਹੋਵੇ। ਸੁਨ ਸ੍ਰੀ ਸਤਿਗੁਰ ਕਿਰਪਾ ਨਿਧਾਨਾ। ਇਹ ਬੇਨਤੀ ਨੂੰ ਸੁਣ ਕਰਕੇ ਜਿਹੜਾ ਹਨ ਜੋ ਸਤਿਗੁਰ ਜੀ ਜਿਹੜੇ ਹਨ ਕਿਰਪਾ ਦੇ ਖਜ਼ਾਨੇ ਹਨ, ਸਤਿਗੁਰ ਸੱਚੇ ਪਾਤਸ਼ਾਹ ਨੇ ਕੀਤੀ ਕਿਰਪਾ। ਸ੍ਰੀ ਮੁਖ ਤੇ ਤਬ ਬਾਕ ਬਖਾਨਾ। ਮਹਾਰਾਜ ਨੇ ਆਪਣੇ ਮੁਖਾਰ ਬਿੰਦ ਤੋਂ ਬਚਨ ਕੀਤੇ, ਉਪਦੇਸ਼ ਦਿੱਤਾ ਉਹ ਭਾਈ ਰਾਮੇ ਜੀ ਨੂੰ। ਹੇ ਸਿੱਖੋ ਸਤਿਗੁਰ ਕੇ ਪਿਆਰੇ। ਕਹਿੰਦੇ ਹੇ ਸਤਿਗੁਰੂ ਦੇ ਪਿਆਰਿਓ ਸਿੱਖੋ, ਤੁਸੀਂ ਸਾਰੇ ਸਤਿਗੁਰਾਂ ਨੂੰ ਬੜੇ ਪਿਆਰੇ ਹੋ। ਦੁਰਲਭ ਮਾਨਸ ਜਨਮ ਵਿਚਾਰੇ। ਦੇਖੋ ਕਹਿੰਦੇ ਇਹ ਮਾਨਸ ਜਨਮ ਜਿਹੜਾ ਆਪਾਂ ਨੂੰ ਮਿਲਿਆ ਹੈ, ਇਹ ਹਿਊਮਨ ਜਿਹੜਾ ਹਨ ਬਰਥ ਆਪਾਂ ਨੂੰ ਮਿਲਿਆ ਹੈ, ਕਹਿੰਦੇ ਬੜਾ ਦੁਰਲਭ ਹੈ, ਪ੍ਰੈਸ਼ਸ ਹੈ, ਇਹ ਨਹੀਂ ਲੱਭਣ ਵਾਲਾ, ਇਹ ਸੌਖਾ ਨਹੀਂ ਕਿਤੇ ਕਿਸੇ ਨੂੰ ਮਿਲਦਾ। ਇਹਦੀ ਵਿਚਾਰ ਕਰੋ। ਵੱਡੇ ਭਾਗ ਤੇ ਪ੍ਰਾਪਤ ਹੋਏ। ਕਿਉਂਕਿ ਇਹ ਮਾਨਸ ਜਨਮ ਵੱਡੇ ਭਾਗਾਂ ਤੋਂ ਪ੍ਰਾਪਤ ਹੁੰਦਾ ਹੈ, ਵੱਡੇ ਭਾਗਾਂ ਕਰਕੇ ਇਹਦੀ ਪ੍ਰਾਪਤੀ ਹੁੰਦੀ ਹੈ। ਕਿਉਂਕਿ ਸਾਰੀਆਂ ਜੁਨਾਂ ਨਾਲੋਂ ਸਿਕਦਾਰੀ ਇਹ ਜਨਮ ਮਾਨਸ ਜਨਮ ਦੀ ਹੈ। ਇਸ ਕਰਕੇ ਇਹ ਜਨਮ ਭਈ ਪ੍ਰਾਪਤ ਮਾਨੁਖ ਦੇਹ ਹੁਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ। ਇਹ ਪਰਮਾਤਮਾ ਨੂੰ ਮਿਲਣ ਦੀ ਵਾਰੀ ਬਣ ਜਾਂਦੀ ਹੈ, ਇਹ ਮੌਕਾ ਜਿਹੜਾ ਅਵਸਰ ਮਿਲਦਾ ਹੈ, ਇਸ ਕਰਕੇ ਇਹ ਦੁਰਲਭ ਹੈ। ਜੋ ਗੁਰਮੁਖ ਨੇ ਸਫਲ ਨਹਿ ਖੋਏ। ਦੇਖੋ ਜਿਹੜੇ ਗੁਰਮੁਖ ਹੁੰਦੇ ਨੇ, ਜੋ ਗੁਰੂ ਦੇ ਮੁਖ ਦੇ ਉਪਦੇਸ਼ ਨੂੰ ਸੁਣ ਕਰਕੇ ਕਮਾਉਣ ਵਾਲੇ ਹੁੰਦੇ ਨੇ, ਜਿਨ੍ਹਾਂ ਨੇ ਗੁਰੂ ਨੂੰ ਆਪਣਾ ਮੁਖੀ ਲੀਡਰ ਮੰਨਿਆ ਹੈ, ਜਿਨ੍ਹਾਂ ਨੇ ਗੁਰੂ ਦੇ ਉਪਦੇਸ਼ ਤੇ ਭਰੋਸਾ ਕੀਤਾ ਹੈ,
ਉਹ ਗੁਰਮੁਖ ਜਿਹੜੇ ਨੇ ਉਹ ਨਿਸਫਲ ਨਹੀਂ ਭੇਖ ਹੋਏ, ਉਹ ਇਹਨੂੰ ਬੇਅਰਥ ਕਰਕੇ ਨਹੀਂ ਖੋਂਦੇ, ਗਵਾਉਂਦੇ ਨਹੀਂ, ਇਹਨੂੰ ਵੇਸਟ ਨਹੀਂ ਕਰਦੇ। ਸਿੱਖ ਕੋ ਮੁਖੀ ਕਰਮ ਇਹੋ ਜਾਨੋ। ਦੇਖੋ ਸਿੱਖਾਂ ਦੇ ਸਭ ਤੋਂ ਮੁਖੀ ਕਰਮ ਕੀ ਨੇ, ਸਭ ਤੋਂ ਜ਼ਰੂਰੀ ਕੰਮ ਕੀ ਨੇ, ਸਭ ਤੋਂ ਜਿਹੜੇ ਹਨ ਪਹਿਲਾ ਕਰਮ ਜਿਹੜਾ ਸਿੱਖਾਂ ਨੂੰ ਕੀ ਕਰਨਾ ਚਾਹੀਦਾ ਹੈ। ਸਤਿ ਅਸਤਿ ਰੂਪ ਪਹਿਚਾਨੋ। ਦੇਖੋ ਜਿਹੜਾ ਹਨ ਸੱਤ ਤੇ ਅਸੱਤ ਰੂਪ ਦਾ ਜਿਹੜੀ ਪਹਿਚਾਨ ਇੱਕ ਸਿੱਖ ਨੂੰ ਚਾਹੀਦੀ ਹੈ ਵੀ ਇਹ ਸ੍ਰਿਸ਼ਟੀ ਦੇ ਵਿੱਚ ਸੱਤ ਕੀ ਹੈ ਤੇ ਝੂਠ ਕੀ ਹੈ। ਸੱਤ ਤੇ ਝੂਠ ਦਾ ਨਿਰਣਾ ਇੱਕ ਸਿੱਖ ਨੂੰ ਚਾਹੀਦਾ ਹੈ। ਸੁਨ ਸਿੱਖ ਨੇ ਤਬ ਬੇਨਤੀ ਗਾਈ। ਉਸ ਵੇਲੇ ਇਹ ਸਿੱਖ ਭਾਈ ਰਾਮੇ ਜੀ ਨੇ ਬੇਨਤੀ ਕੀਤੀ ਸਤਿਗੁਰਾਂ ਦਾ ਉਪਦੇਸ਼ ਸੁਣ ਕੇ। ਹੇ ਸ੍ਰੀ ਸਤਿਗੁਰ ਜਗ ਕੇ ਰਾਈ। ਹੇ ਸਤਿਗੁਰੂ ਸੱਚੇ ਪਾਤਸ਼ਾਹ ਮਾਇਆ ਦੇ ਪਤੀ, ਜੋ ਜਗਤ ਦੇ ਮਾਲਕ, ਜਗਤ ਦੇ ਰੂਪ, ਜਗਤ ਰੂਪੀ ਜਿਹੜੇ ਹਨ ਸਾਰੀ ਹੀ ਸ੍ਰਿਸ਼ਟੀ ਦੇ ਰਾਜੇ ਰੂਪ ਹੋ ਤੁਸੀਂ। ਸਤ ਕੋ ਅਹੈ ਅਸਤ ਕੋ ਅਹੈ। ਸਿੱਖ ਭਾਈ ਰਾਮੇ ਜੀ ਨੇ ਪੁੱਛਿਆ ਕਿ ਸਤਿਗੁਰੂ ਜੀ ਇਹ ਤਾਂ ਦੱਸੋ ਕਿ ਸੱਤ ਕੀ ਹੁੰਦਾ ਹੈ, ਅਸੱਤ ਕੀ ਹੁੰਦਾ ਹੈ, ਸੱਚ ਕੀ ਹੈ ਤੇ ਝੂਠ ਕੀ ਹੈ। ਹਮ ਅਜਾਨ ਨਹਿ ਭੇਦਹਿ ਲਹੈ। ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਅਸੀਂ ਅਜਾਨ ਹਾਂ, ਸਾਨੂੰ ਇਹ ਭੇਤ ਦਾ ਪਤਾ ਨਹੀਂ ਲੱਗਦਾ ਕਿ ਸੱਤ ਕੀ ਹੈ, ਅਸੱਤ ਕੀ ਹੁੰਦਾ ਹੈ। ਕਰੋ ਕਿਰਪਾ ਨਿਜ ਦਾਸ ਲਖੀਜਹਿ। ਕਹਿਣ ਲੱਗੇ ਆਪਣਾ ਦਾਸ ਜਾਣ ਕੇ ਸਾਡੇ ਤੇ ਕਿਰਪਾ ਕਰਕੇ ਜਿਹੜਾ ਹਨ ਇਹ ਜਿਹੜਾ ਹਨ ਸਾਨੂੰ ਲਖੀਜੈ, ਸਾਨੂੰ ਜਣਾ ਦਿਓ, ਸਾਨੂੰ ਜਿਹੜਾ ਹਨ ਇਹ ਐਕਸਪਲੇਨ ਕਰਕੇ, ਜਿਹਦੇ ਕਰਕੇ ਅਸੀਂ ਇਹ ਸਮਝ ਲਈਏ ਵੀ ਸੱਤ ਤੇ ਅਸੱਤ ਕੀ ਹੁੰਦਾ ਹੈ। ਸਤਿ ਅਸਤਿ ਭੇਦ ਦਿਖ ਰਿਜਹਿ। ਦੇਖੋ ਫੇਰ ਸਤਿਗੁਰ ਸੱਚੇ ਪਾਤਸ਼ਾਹ ਜੀ ਸੱਤ ਤੇ ਅਸੱਤ ਦਾ ਕੀ ਡਿਫਰੈਂਸ ਹੈ, ਉਹਦਾ ਭੇਦ ਕੀ ਹੈ, ਉਹ ਵੀ ਸਾਨੂੰ ਦਿਖਾ ਦਿਓ। ਸੁਣ ਸਿੱਖ ਤੇ ਅਸ ਬਿਨੇ ਮਹਾਨੀ। ਸੋ ਇਹ ਐਸੀ ਬੇਨਤੀ ਉਹ ਸਿੱਖ ਭਾਈ ਰਾਮੇ ਤੋਂ ਸੁਣ ਕਰਕੇ ਸੱਚੇ ਪਾਤਸ਼ਾਹ ਜੀ ਨੇ ਚੰਦ ਬਦਨ ਤੇ ਅਮੀ ਸਮਾਨੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਬਦਨ ਹੈ, ਜਿਹੜਾ ਮਹਾਰਾਜ ਦਾ ਮੁਖ ਹੈ, ਉਹ ਇਸ ਤਰ੍ਹਾਂ ਹੈ ਜਿਵੇਂ ਚੰਦਰਮਾ ਹੁੰਦਾ ਹੈ। ਜਿਵੇਂ ਚੰਦਰਮਾ ਤੋਂ ਜਿਹੜਾ ਹਨ ਰਾਤ ਨੂੰ ਜਿਹੜਾ ਹਨ ਉਹਦੇ ਵਿੱਚੋਂ ਜਿਹੜਾ ਹਨ ਅੰਮ੍ਰਿਤ ਵਰਸਦਾ ਹੈ। ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਚੰਦ ਰੂਪੀ ਮੁਖ ਤੋਂ ਬਚਨ ਰੂਪੀ ਅੰਮ੍ਰਿਤ ਦੀ ਵਰਖਾ ਸਤਿਗੁਰੂ ਜੀ ਕਰਨ ਲੱਗੇ ਹਨ। ਕਹਿਓ ਬਚਨ ਹੈ ਗੁਰਸਿੱਖ ਪਿਆਰੇ। ਮਹਾਰਾਜ ਨੇ ਬਚਨ ਕੀਤਾ ਹੈ ਸਤਿਗੁਰੂ ਦੇ ਪਿਆਰੇ ਸਿੱਖਾ ਇਹ ਗੱਲ ਸੁਣ ਹੁਣ। ਸਤਿ ਆਤਮਾ ਲੇਹੋ ਵਿਚਾਰੇ। ਕਹਿਣਗੇ ਸੱਤ ਕੀ ਹੈ, ਸੱਤ ਕੀ ਹੈ, ਕਹਿੰਦੇ ਸੱਤ ਆਤਮਾ ਹੈ। ਆਤਮਾ ਜਿਹੜਾ ਪਰਮਾਤਮਾ ਦੀ ਅੰਸ਼ ਹੈ, ਜਾਂ ਪਰਮਾਤਮਾ ਆਪ ਜਿਹੜਾ ਹਨ ਸਰਬ ਵਿਆਪਕ ਹੋ ਕੇ ਜਿਵੇਂ ਸਾਰੇ ਜੀਵਾਂ ਦੇ ਵਿੱਚ ਮਹਾਰਾਜ ਜੀ ਸਾਖਸ਼ਾਤ ਹਨ। ਕਹਿੰਦੇ ਉਹ ਆਤਮਾ ਜਿਹੜੀ ਹੈ ਉਹਨੂੰ ਸੱਤ ਕਰਕੇ ਜਾਣੋ। ਕਹਿੰਦੇ ਇਹ ਸੱਤ ਹੀ ਹੈ ਜਿਹੜਾ ਐਨਰਜੀ ਫਾਰਮ ਹੈ, ਇਹੀ ਸੱਤ ਹੈ ਜਿਹਦੇ ਕਰਕੇ ਸਾਰੇ ਜਿਉਂਦੇ ਹਾਂ। ਲਾਈਫ ਫਾਰਮ ਵੀ ਇਹੀ ਆਤਮਾ ਹੈ। ਦੇਹ ਅਸਤ ਲਖੋ ਸਭ ਕਾਲਾ। ਦੇਖੋ ਕਹਿੰਦੇ ਸਾਰੇ ਕਲਾਂ ਦੇ ਵਿੱਚ, ਸਾਰੇ ਹੀ ਸਮਿਆਂ ਦੇ ਵਿੱਚ ਇਹ ਦੇਹ ਜਿਹੜਾ ਸਰੀਰ ਹੁੰਦਾ ਇਹ ਅਸਤ ਹੈ, ਇਹ ਝੂਠਾ ਹੈ। ਇਹ ਦੇਹ ਜਿਹੜੀ ਸੱਤ ਨਹੀਂ ਹੈ, ਕਿਉਂਕਿ ਇਹ ਬਦਲਦੀ ਹੈ। ਹਮੇਸ਼ਾ ਇਹ ਦੇਹ ਦਾ ਜਿਹੜਾ ਰੂਪ ਰੰਗ ਬਦਲਦਾ ਰਹਿੰਦਾ ਹੈ, ਇਸ ਕਰਕੇ ਇਹ ਅਸੱਤ ਹੈ। ਦੂਜਾ ਸੱਤ ਕਿਉਂ? ਇਹ ਹਮੇਸ਼ਾ ਨਹੀਂ ਰਹਿਣ ਵਾਲੀ, ਇੱਕ ਜਿਹੜਾ ਜੰਮਦੀ ਹੈ ਤੇ ਮਰਦੀ ਹੈ। ਇਸ ਕਰਕੇ ਕਹਿੰਦੇ ਇਹ ਸਰੀਰ ਨੂੰ ਅਸੱਤ ਜਾਣੋ, ਜਿਹੜਾ ਇਹਦੇ ਵਿੱਚ ਜਿਹੜੀ ਆਤਮਾ ਉਹ ਸੱਤ ਰੂਪ ਪਰਮਾਤਮਾ ਹੈ। ਜਨਮ ਮਰਨ ਕੇ ਸੰਕਟ ਜਾਲਾ। ਦੇਖੋ ਕਹਿੰਦੇ ਜਨਮ ਤੇ ਮਰਨ ਦੇ ਜਿਹੜੇ ਸੰਕਟ ਜਾਲਾ, ਕਹਿਣ ਲੱਗੇ ਇਹ ਜਿਹੜਾ ਜਨਮ ਤੇ ਮਰਨ ਦਾ ਜਿਹੜਾ ਹੈ, ਇਹ ਜਿਹੜਾ ਜਾਲਾ ਜਾਲ ਦੀ ਤਰ੍ਹਾਂ ਇਹ ਜਿਹੜਾ ਅਸੱਤਿ ਹੈ, ਇਹ ਜਿਹੜਾ ਹਨ ਜੀਵ ਨੂੰ ਘੇਰ ਕੇ ਬੈਠਾ ਹੈ, ਜਿਹਦੇ ਕਰਕੇ ਜੀਵ ਨੂੰ ਸੱਤ ਦਾ ਰੀਅਲਾਈਜੇਸ਼ਨ ਨਹੀਂ ਹੁੰਦਾ, ਸੱਤ ਦਾ ਪਤਾ ਨਹੀਂ ਲੱਗਦਾ। ਆਤਮ ਨਹਿ ਜਨਮ ਹੈ ਨਹਿ ਮਰ ਹੈ। ਦੇਖੋ ਜਿਹਦੇ ਕਰਕੇ ਆਤਮਾ ਜਿਹੜੀ ਹੈ ਉਹ ਕਿਤੇ ਨਾ ਜੰਮਦੀ ਹੈ ਨਾ ਮਰਦੀ ਹੈ। ਨਭ ਸਮ ਇੱਕ ਰਸ ਹੋਇ ਸਦ ਥਿਰ ਹੈ। ਦੇਖੋ ਕਹਿੰਦੇ ਆਤਮਾ ਭਾਵੇਂ ਹਰ ਇੱਕ ਸਰੀਰ ਦੇ ਵਿੱਚ ਹੈ, ਪਰ ਉਹੀ ਆਤਮਾ ਸਾਰੇ ਜਗਤ ਦੇ ਵਿੱਚ ਇੱਕ ਰਸ ਕੰਸਿਸਟੈਂਟਲੀ ਐਗਜ਼ਿਸਟ ਕਰਦੀ ਹੈ। ਜਿਵੇਂ ਆਕਾਸ਼ ਦੇ ਵਿੱਚ, ਜਿਵੇਂ ਆਕਾਸ਼ ਹੈ ਸਾਰੇ ਸੰਸਾਰ ਦੇ ਉੱਤੇ ਹੈ, ਉਹ ਸਰਬ ਵਿਆਪਕ ਜਿਹੜੀ ਆਤਮਾ ਹੈ ਇਸੇ ਤਰ੍ਹਾਂ ਹੀ ਹੈ। ਹਰਖ ਸੋਕ ਜਿਸ ਲੇਸ ਨਾ ਕੋਈ। ਦੇਖੋ ਆਤਮਾ ਵਿੱਚ ਨਾ ਕੋਈ ਸੁੱਖ ਹੈ ਨਾ ਕੋਈ ਦੁੱਖ ਹੈ, ਜਿਹੜਾ ਨਾ ਇਹਦਾ ਲੇਸ਼ ਕੋਈ ਅਸਰ ਵੀ ਉਹਨਾਂ ਤੇ ਪੈਂਦਾ ਹੈ। ਆਤਮਾ ਜਿਹੜੀ ਸੁਤੰਤਰ ਹੈ। ਸਤਰ ਮਿੱਤਰ ਨਹਿ ਜਿਸ ਕਬ ਹੋਈ। ਦੇਖੋ ਆਤਮਾ ਦਾ ਕੋਈ ਨਾ ਮਿੱਤਰ ਹੁੰਦਾ ਹੈ ਨਾ ਕੋਈ ਦੁਸ਼ਮਣ ਹੁੰਦਾ ਹੈ। ਆਤਮਾ ਜਿਹੜੀ ਹੈ ਇਸੇ ਤਰ੍ਹਾਂ ਹੀ ਹੈ ਜਿਵੇਂ ਹੈਗੀ ਹੈ। ਜੋ ਗੁਰਸਿੱਖ ਉਠ ਅੰਮ੍ਰਿਤ ਵੇਲਾ। ਜੋ ਗੁਰਸਿੱਖ ਅੰਮ੍ਰਿਤ ਵੇਲੇ ਉੱਠ ਕਰਕੇ, ਜੋ ਜਿਹੜਾ ਹਨ ਸਵਾ ਪਹਿਰ ਰਾਤ ਰਹਿੰਦੀ ਨੂੰ ਉੱਠ ਕਰਕੇ ਮੰਤਰ ਭਿਆਸ ਹੈ ਗੁਰੂ ਸੁਹੇਲਾ। ਜੋ ਆਪਣੇ ਗੁਰੂ ਦੇ ਦਿੱਤਾ ਹੋਇਆ ਮੰਤਰ, ਗੁਰ ਮੰਤਰ, ਮੂਲ ਮੰਤਰ, ਬਾਕੀ ਨਿਤਨੇਮ ਦੀਆਂ ਬਾਣੀਆਂ ਦਾ ਅਭਿਆਸ ਜਿਹੜਾ ਗੁਰੂ ਨੇ ਬਖਸ਼ਿਆ ਹੈ, ਸਿੱਖ ਨੂੰ ਜਿਹੜਾ ਹੈ ਮੁਕਤੀ
ਦੇਣ ਵਾਸਤੇ ਔ ਗੁਰਬਾਣੀ ਪਠੈ ਵਿਚਾਰ ਤੇ ਹੈ ਔਰ ਗੁਰਬਾਣੀ ਦਾ ਜਿਹੜਾ ਹਨ ਗੁਰਬਾਣੀ ਦਾ ਪਾਠ ਵੀ ਕਰੇ ਤੇ ਗੁਰਬਾਣੀ ਦਾ ਵਿਚਾਰ ਵੀ ਕਰੇ ਗੁਰਸਿੱਖ। ਨਾਹਿਨ ਕਬ ਕਿਸ ਹਿਰਦਾ ਦੁਖਾਰ ਹੈ ਦੇਖੋ ਕਿਤੇ ਵੀ ਕਿਸੇ ਦਾ ਹਿਰਦਾ ਦਿਲ ਨਹੀਂ ਦੁਖਾਉਣਾ ਚਾਹੀਦਾ। ਸਿੱਖ ਕਿਸੇ ਦਾ ਵੀ ਦਿਲ ਨਹੀਂ ਦੁਖਾਉਂਦਾ, ਕੋਈ ਭੈੜਾ ਕੌੜਾ ਬਚਨ ਨਹੀਂ ਕਹਿੰਦਾ। ਸਤ ਸੰਗਤ ਮਹਿ ਨਿਤ ਪ੍ਰਤ ਜਾਵ ਹੈ ਦੇਖੋ ਸੰਗਤ ਵਿੱਚ ਸਿੱਖ ਨਿਤ ਪ੍ਰਤ ਜਿਹੜਾ ਹਨ ਚੱਲ ਕੇ ਜਾਂਦਾ ਹੈ। ਜਪਹਿ ਨਾਮ ਪੁਨ ਅਪਰ ਜਪਾਵ ਹੈ ਦੇਖੋ ਆਪ ਵੀ ਨਾਮ ਜਪਾਉਂਦਾ ਹੈ ਤੇ ਦੂਸਰਿਆਂ ਤੋਂ ਵੀ ਜਪਾਉਂਦਾ ਹੈ। ਕਿਰਤ ਧਰਮ ਦਸ ਨਵ ਕੀ ਕਰੈ ਦੇਖੋ ਅਕਿਰਤ ਜਿਹੜੀ ਹੈ ਉਹ ਦਸਾਂ ਨੋਹਾਂ ਦੀ ਕਰਦਾ ਹੈ। ਉਹ ਜਿਹੜੀ ਹਨ ਓਨਸ ਜਿਹੜੀ ਅਰਨਿੰਗ ਹੈ ਉਹ ਕਰਦਾ ਹੈ। ਸਾਧ ਸੰਤ ਸੇਵਾ ਹਿਤ ਧਰੈ ਫਿਰ ਉਹਦੇ ਹਿਰਦੇ ਵਿੱਚ ਹਮੇਸ਼ਾ ਪ੍ਰੇਮ ਹੁੰਦਾ ਹੈ। ਸਾਧ ਸੰਗਤ ਦੀ ਸੇਵਾ ਕਰਨੀ, ਮਹਾਂਪੁਰਸ਼ਾਂ ਦੀ ਸੇਵਾ ਕਰਨੀ, ਗੁਰਸਿੱਖਾਂ ਦੀ ਸੇਵਾ ਕਰਨੀ ਦਾ ਭਾਵ ਉਹਨਾਂ ਦੇ ਅੰਦਰ ਚਾਅ ਰਹਿੰਦਾ ਹੈ। ਇਸ ਤੇ ਮਨ ਉਜਲਤਾ ਪਾਵੈ ਦੇਖੋ ਇਸ ਕਰਕੇ ਇਹ ਕਰਮ ਜਿਹੜੇ ਹੁੰਦੇ ਨੇ ਸੇਵਾ ਭਾਵਨਾ ਵਾਲੇ, ਇਹਦੇ ਕਰਕੇ ਨਾਮ ਜਪਣ ਕਰਕੇ ਬਾਣੀ ਪੜਨ ਕਰਕੇ ਕਹਿੰਦੇ ਇਸ ਤੇ ਮਨ ਉਜਲਤਾ ਪਾਵੈ। ਇਹ ਜਿਹੜੇ ਕਰਮਾਂ ਦੇ ਕਰਕੇ ਮਨ ਉਜਲ ਹੋ ਜਾਂਦਾ ਹੈ। ਮਨ ਦੇ ਵਿੱਚੋਂ ਜਿਹੜੀ ਦਵੈਸ਼ ਭਾਵਨਾ ਦੀ ਜਿਹੜੀ ਹੈ ਜਾਂ ਜਿਹੜੀ ਅਗਿਆਨਤਾ ਦੀ ਮੈਲ ਲੱਗੀ ਹੋਈ ਹੈ, ਜੋ ਅਸਤ ਦੀ ਮੈਲ ਲੱਗੀ ਹੋਈ ਹੈ, ਇਹ ਸਾਰੀ ਉਤਰ ਜਾਂਦੀ ਹੈ ਤੇ ਜਿਹੜਾ ਮਨ ਹੈ ਉਹ ਸੁੱਧਤਾ ਨੂੰ ਪ੍ਰਾਪਤ ਕਰਦਾ ਹੈ। ਸਤ ਅਸਤ ਤਬ ਨਿਰਣੈ ਪਾਵੈ ਫਿਰ ਹੀ ਜਿਹੜਾ ਹੈ ਸਤ ਤੇ ਅਸਤ ਦਾ ਨਿਰਣਾ ਕਰਕੇ ਉਹਨੂੰ ਚੰਗੀ ਤਰ੍ਹਾਂ ਜਿਹੜਾ ਹਨ ਸਮਝ ਪੈ ਜਾਂਦੀ ਹੈ। ਇਸ ਕਰਕੇ ਜਿਹੜਾ ਹਨ ਸਤ ਤੇ ਅਸਤ ਨੂੰ ਸਮਝਣ ਵਾਸਤੇ ਮਨ ਦੀ ਸੁੱਧਤਾ, ਮਨ ਦੀ ਪਵਿੱਤਰਤਾ, ਮਨ ਦੀ ਸਫਾਈ ਬਹੁਤ ਜ਼ਰੂਰੀ ਹੈ। ਅਸ ਕਹਿ ਕਿਰਪਾ ਦ੍ਰਿਸ਼ਟ ਸਿਖ ਹੇਰਾ ਦੇਖੋ ਹੁਣ ਇਹ ਤਾਂ ਉਪਦੇਸ਼ ਹੋਇਆ। ਉਪਦੇਸ਼ ਜਿਹੜਾ ਸੀਗਾ ਜੋ ਗੁਰੂ ਮਹਾਰਾਜ ਨੇ ਆਪਣੇ ਸਿੱਖ ਨੂੰ ਦੇਣਾ ਕੀਤਾ ਕਿਰਪਾ ਦੇ ਘਰ ਵਿੱਚ ਆ ਕੇ। ਪਰ ਸਭ ਤੋਂ ਵੱਡੀ ਗੱਲ ਜਿਹੜੀ ਸਤਿਗੁਰੂ ਜੀ ਸੱਚੇ ਪਾਤਸ਼ਾਹ ਜੀ ਆਪਣੇ ਸਿੱਖ ਤੇ ਰਹਿਮਤ ਕਰਕੇ ਕਰਦੇ ਹਨ ਉਹ ਇਹ ਕੀਤੀ ਸਤਿਗੁਰਾਂ ਨੇ ਅਸ ਕਹਿ ਕਿਰਪਾ ਦ੍ਰਿਸ਼ਟ ਸਿਖ ਹੇਰੇ ਕਹਿੰਦੇ ਹੇਰਾ ਕਹਿੰਦੇ ਉਹ ਆਪਣੇ ਜਿਹੜਾ ਹਨ ਕਿਰਪਾ ਦੀ ਦ੍ਰਿਸ਼ਟੀ ਸਤਿਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਭਾਈ ਰਾਮੇ ਤੇ ਪਾ ਦਿੱਤੀ। ਸੋ ਇਹ ਗੁਰਸਿੱਖੀ ਦਾ ਮਾਰਗ ਐਸਾ ਹੈ ਜਿੱਥੇ ਗੁਰੂ ਦੀ ਕਿਰਪਾ ਦੇ ਕਰਕੇ ਹੀ ਸਭ ਕੁਝ ਪ੍ਰਾਪਤ ਹੁੰਦਾ ਹੈ। ਨਹੀਂ ਤਾਂ ਗਿਆਨ ਤਾਂ ਹੰਕਾਰ ਦਾ ਕਾਰਨ ਬਣ ਕੇ ਰਹਿ ਜਾਂਦਾ ਹੈ। ਪਰ ਜਦੋਂ ਗੁਰੂ ਦੀ ਕਿਰਪਾ ਹੋ ਜਾਵੇ ਤਾਂ ਸੰਪੂਰਨ ਜਿਹੜਾ ਹੈ ਉਹ ਗਿਆਨ ਜਿਹੜਾ ਹੈ ਫਲ ਦੇਣਾ ਸ਼ੁਰੂ ਕਰ ਦਿੰਦਾ ਹੈ ਮੁਕਤੀ ਦਾ। ਸੋ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਰਪਾ ਦੀ ਦ੍ਰਿਸ਼ਟੀ ਕਰ ਦਿੱਤੀ ਜੀ। ਆਤਮ ਗਿਆਨ ਭਇਓ ਤਿਸ ਬੇਰਾ ਦੇਖੋ ਭਾਈ ਰਾਮੇ ਨੂੰ ਉਸੇ ਵੇਲੇ ਆਤਮ ਦਾ ਗਿਆਨ ਹੋ ਗਿਆ। ਉਸੇ ਸਮੇਂ ਇਨਸਟੈਂਟਲੀ ਉਹ ਆਤਮ ਗਿਆਨੀ ਬਣ ਗਿਆ। ਉਹਨੂੰ ਆਤਮਾ ਦਾ ਰੀਅਲਾਈਜੇਸ਼ਨ ਹੋ ਗਿਆ। ਉਹਨੂੰ ਪਤਾ ਲੱਗ ਗਿਆ ਵੀ ਆਤਮਾ ਹੀ ਸਾਰੇ ਪਾਸੇ ਹੈ ਤੇ ਉਹਨੂੰ ਹੀ ਦੇਖਣਾ ਸ਼ੁਰੂ ਕਰ ਦਿੱਤਾ। ਵੱਡਿਓ ਹਰਖ ਮਨ ਕਹਿਓ ਨਾ ਜਾਈ ਦੇਖੋ ਇੰਨੀ ਉਹਨੂੰ ਆਨੰਦ ਆਇਆ ਭਾਈ ਰਾਮੇ ਨੂੰ ਤੇ ਕਹਿੰਦੇ ਇੰਨਾ ਉਹ ਹਰਕ ਇੰਨੇ ਆਨੰਦ ਦੀ ਅਵਸਥਾ ਵਿੱਚ ਉਹ ਗੋਤੇ ਖਾਣ ਲੱਗਿਆ। ਕਹਿੰਦੇ ਮਨ ਕਹਿਓ ਨਾ ਜਾਈ। ਹੁਣ ਮਨ ਉਸ ਅਵਸਥਾ ਨੂੰ ਕਹਿਣ ਜੋਗਾ ਨਹੀਂ ਰਹਿ ਗਿਆ। ਕਹਿੰਦੇ ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ ਵਾਲੀ ਗੱਲ ਹੋ ਗਈ ਜੀ। ਜੈਸੇ ਗੁੰਗੇ ਕੀ ਮਠਿਆਈ ਜਿਵੇਂ ਗੁੰਗੇ ਨੂੰ ਮਠਿਆਈ ਖਿਲਾ ਕੇ ਹੁਣ ਗੁੰਗਾ ਵਿਚਾਰਾ ਕੀ ਦੱਸੇਗਾ ਵੀ ਉਹਨੂੰ ਕੀ ਸਵਾਦ ਆਇਆ ਹੈ। ਗੁਰ ਚਰਨਨ ਪਰ ਧਰਿਓ ਭਾਲ ਉਸ ਵੇਲੇ ਕਹਿੰਦੇ ਉਹਨਾਂ ਨੇ ਗੁਰੂ ਦੇ ਚਰਨਾਂ ਤੇ ਆਪਣਾ ਮੱਥਾ ਰੱਖ ਦਿੱਤਾ ਭਾਈ ਰਾਮੇ ਜੀ ਨੇ। ਰਾਮਾ ਭਇਓ ਨਿਹਾਲ ਨਿਹਾਲ ਦੇਖੋ ਭਾਈ ਰਾਮਾ ਮਨ ਕਰਕੇ ਸਰੀਰ ਕਰਕੇ ਨਿਹਾਲੋ ਨਿਹਾਲੇ ਹੋ ਗਿਆ। ਬਹੁ ਬਿਦ ਉਸਤਤ ਕਰਬੇ ਲਾਗਾ ਤੇ ਉਸ ਵੇਲੇ ਮਹਾਰਾਜ ਦੀ ਬੜੀ ਉਹਨੇ ਉਸਤਤ ਕੀਤੀ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੀ। ਜਨਮ ਜਨਮ ਕਾ ਸੋਇਆ ਜਾਗਾ ਦੇਖੋ ਇਉਂ ਲੱਗਦਾ ਹੈ ਭਾਈ ਰਾਮਾ ਕਿੰਨੇ ਜਨਮਾਂ ਦਾ ਸੁੱਤਾ ਪਿਆ ਸੀ, ਅੱਜ ਗੁਰੂ ਦੀ ਕਿਰਪਾ ਨਾਲ ਜਾਗ ਪਿਆ ਤੇ ਅੱਜ ਇਹਨੇ ਜਾਗ ਕਰਕੇ ਸਤ ਨੂੰ ਦੇਖ ਲਿਆ, ਸਤ ਨੂੰ ਅਹਿਸਾਸ ਕਰ ਲਿਆ। ਅਪਰ ਸਿੱਖ ਪਿਖ ਰਾਮੇ ਓਰਾ ਤੇ ਬਾਕੀ ਦੇ ਸਿੱਖਾਂ ਨੇ ਜਦੋਂ ਭਾਈ ਰਾਮੇ ਵੱਲ ਦੇਖਿਆ ਵੀ ਦੇਖੋ ਇਹ ਆਇਆ ਸੀ ਆਮ ਇਨਸਾਨ ਦੀ ਤਰ੍ਹਾਂ, ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਆਪਣੀ ਨਿਗਾਹ ਪਾ ਕੇ ਰੱਬ ਹੀ ਬਣਾਤਾ, ਆਪਣਾ ਹੀ ਰੂਪ ਬਣਾਤਾ ਇਸ ਨੂੰ। ਸਭ ਕੇ ਮਨ ਅਚੰਬਨ ਹੈ ਥੋਰਾ ਦੇਖੋ ਸਾਰਿਆਂ ਦੇ ਮਨਾਂ ਦੇ ਵਿੱਚ ਅਚਰਜਤਾ ਜਿਹੜੀ ਹੈ ਉਹ ਥੋੜੀ ਨਹੀਂ ਸੀ, ਬਹੁਤ ਹੈਰਾਨ ਹੋਏ ਸਾਰੇ। ਧੰਨ ਧੰਨ ਸਭ ਮੁਖ ਹੋ ਉਚਾਰ ਹੈ ਸਾਰਿਆਂ ਨੇ ਆਪਣੇ ਮੁਖ ਤੋਂ ਧੰਨ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਕਿਹਾ। ਬਾਲ ਰੂਪ ਪਰ ਸਰਦਾ ਧਾਰ ਹੈ ਦੇਖੋ ਬਾਲ ਰੂਪ 5-6 ਸਾਲਾਂ ਦੀ ਉਮਰ ਹੈ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੀ। ਕਹਿੰਦੇ ਬਾਲ ਉਮਰ ਦੇ ਉੱਤੇ ਉਹਨਾਂ ਨੇ ਭਰੋਸਾ ਕੀਤਾ, ਸ਼ਰਧਾ ਧਾਰਨ ਕੀਤੀ। ਗੁਰਬਾਣੀ ਮਹਿ ਨਿਸ਼ਚੋ ਕਰਿਓ ਕਹਿੰਦੇ ਕਿ ਗੁਰਬਾਣੀ ਵਿੱਚ ਉਹਨਾਂ ਦਾ ਨਿਸ਼ਚਾ ਜੁੜ ਗਿਆ ਵੀ ਗੁਰਬਾਣੀ ਸਾਰੇ ਪਦਾਰਥਾਂ ਨੂੰ ਦੇਣ ਵਾਲੀ ਹੈ। ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਇਹ ਬਾਣੀ ਹੀ ਹੈ ਜੋ ਸਾਰੇ ਕਾਰਜ ਸਵਾਰਨ ਵਾਲੀ ਹੈ ਤੇ ਗੁਰੂ ਮਹਾਰਾਜ ਦੀ ਕਿਰਪਾ ਦੇ ਸਦਕੇ ਉਹਨਾਂ ਦੀ ਕਿਰਪਾ ਕਰਕੇ ਹੀ ਗੁਰਬਾਣੀ ਦੀ ਜਿਹੜੀ ਹਨ
ਉਹ ਜਿਹੜਾ ਹਨ ਮਹਾਤਮ ਗੁਰਬਾਣੀ ਦਾ ਸਾਰ ਵਿਸਥਾਰ ਸਮਝ ਆਉਂਦਾ ਹੈ, ਜਿਸ ਤੇ ਮਾਨਸ ਜਨਮ ਉਬਰਿਓ। ਜਿੱਤੇ ਕਰਕੇ ਇਹ ਮਾਨਸ ਜਨਮ ਤੋਂ ਉੱਭਰ ਕੇ ਉੱਠ ਕਰਕੇ ਪਰਮੇਸ਼ਰ ਰੂਪ ਵਿੱਚ ਮਿਲ ਜਾਈਦਾ ਹੈ। ਤਾਹੇ ਸਮਹਿ ਸ੍ਰੀ ਗੁਰ ਫਰਮਾਇਓ। ਉਸ ਸਮੇਂ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਨੇ ਇਹ ਫੁਰਮਾਨ ਕੀਤਾ, ਮਹਾਰਾਜ ਨੇ ਬਚਨ ਕੀਤਾ, ਸੁਨਹੁ ਸਿੱਖ ਸੰਗਤ ਸਮਦਾਇਓ। ਕਹਿਣਗੇ ਹੇ ਸਾਧ ਸੰਗਤ ਜੀ, ਸਾਰੇ ਸਿੱਖ ਇਹ ਸਾਡਾ ਇੱਕ ਬਚਨ ਸੁਣਨਾ ਕਰੋ। ਹਮ ਦਿਹਲੀ ਜਾ ਖੇਲ ਮਚਾਨਾ। ਕਹਿਣਗੇ ਅਸੀਂ ਚੱਲੇ ਹਾਂ ਦਿੱਲੀ ਨੂੰ, ਉੱਥੇ ਜਾ ਕੇ ਅਸੀਂ ਖੇਡ ਜਿਹੜਾ ਸਾਡਾ ਮਚਾਉਣਾ ਹੈ, ਸਾਡੇ ਖੇਡ ਨੂੰ ਜਿਹੜਾ ਹੈ ਅਸੀਂ ਉਹ ਖੇਡ ਵਰਤਾ ਕੇ ਜਿਹੜਾ ਹਨ ਸੰਗਤਾਂ ਨੂੰ ਨਿਹਾਲ ਕਰਨਾ ਹੈ, ਕਈਆਂ ਦੀ ਮੁਕਤੀ ਕਰਨੀ ਹੈ। ਇਤ ਸਿੱਖ ਸੰਗਤ ਆਏ ਮਹਾਨਾ। ਦੇਖੋ ਇੱਧਰ ਵੀ ਬੜੀ ਸੰਗਤ ਆ ਰਹੀ ਹੈ ਦਰਸ਼ਨਾਂ ਵਾਸਤੇ ਪੰਜੋਖਰਾ ਸਾਹਿਬ ਵਿਖੇ। ਤਾਤੇ ਅਬ ਜੋ ਸੰਗਤ ਆਵੈ। ਕਹਿਣਗੇ ਜੋ ਵੀ ਹੁਣ ਸੰਗਤ ਆਵੇਗੀ ਇੱਥੇ, ਇਸ ਥਲ ਦਰਸ ਕਰੈ ਸੁਖ ਪਾਵੈ। ਕਹਿਣਗੇ ਇਹ ਥੜਾ ਜਿਹੜਾ ਬਣਾਇਆ ਹੋਇਆ ਹੈ ਨਾ, ਕਹਿੰਦੇ ਇਹਦੇ ਹੀ ਦਰਸ਼ਨ ਕਰ ਲਿਓ ਆ ਕੇ। ਅਸੀਂ ਤਾਂ ਹੁਣ ਅੱਗੇ ਚੱਲੇ ਆ ਦਿੱਲੀ, ਜਿਹੜੀ ਵੀ ਸੰਗਤ ਆਵੇਗੀ ਉਹ ਪੰਜੋਖਰਾ ਸਾਹਿਬ ਤੋਂ ਗਾਂਹ ਨਾ ਜਾਵੇ, ਪੰਜੋਖਰਾ ਸਾਹਿਬ ਵਿੱਚ ਆ ਕੇ ਇਹ ਥੜੇ ਦੇ ਆ ਕੇ ਦਰਸ਼ਨ ਕਰਨ ਤੇ ਉਹਨਾਂ ਨੂੰ ਸਾਰੇ ਸੁੱਖ ਪ੍ਰਾਪਤ ਹੋਣਗੇ। ਜੋ ਗੁਰ ਦਰਸ਼ਨ ਲਾਭ ਵਿਸਾਲੇ। ਦੇਖੋ ਜਿਹੜਾ ਲਾਭ ਵੱਡਾ ਗੁਰੂ ਦੇ ਦਰਸ਼ਨਾਂ ਦਾ ਹੁੰਦਾ ਹੈ, ਉਹੀ ਸੰਗਤਾਂ ਨੂੰ ਇਨ ਬਿਨ ਇਹ ਥੜੇ ਦੇ ਦਰਸ਼ਨ ਕਰਕੇ ਸੰਗਤਾਂ ਨੂੰ ਪ੍ਰਾਪਤ ਹੋਵੇਗਾ। ਜਿਹੜੀ ਵੀ ਸੰਗਤ ਆਵੇਗੀ ਉਹਨਾਂ ਨੂੰ ਫਲ ਸਾਡੇ ਦਰਸ਼ਨਾਂ ਦਾ ਪ੍ਰਾਪਤ ਹੋਵੇਗਾ, ਸਾਡੇ ਦਰਸ਼ਨ ਉਹਨਾਂ ਨੂੰ ਇੱਥੇ ਹੋਣਗੇ। ਇਸ ਥਲ ਦਰਸੇ ਲਹੇ ਸੁਖਾਲੇ। ਦੇਖੋ ਇਹ ਥਾਂ ਦੇ ਦਰਸ਼ਨ ਕਰਕੇ ਸਿੱਖ ਜਿਹੜੇ ਹਨ ਸੁਖਾਲੇ, ਸਾਰੇ ਹੀ ਸੁੱਖਾਂ ਦੇ ਘਰ ਬਣ ਜਾਣਗੇ, ਉਹਨਾਂ ਨੂੰ ਸੁੱਖਾਂ ਦਾ ਘਰ ਪ੍ਰਾਪਤ ਹੋਵੇਗਾ। ਉਹ ਸੁਖਾਲੇ ਸੌਖੇ ਹੋ ਜਾਣਗੇ, ਉਹਨਾਂ ਦੇ ਪਾਪ ਕੱਟੇ ਜਾਣਗੇ, ਉਹਨਾਂ ਦੇ ਦੋਸ਼ ਨਹੀਂ ਵਿਚਾਰੇ ਜਾਣਗੇ। ਇਸ ਕਰਕੇ ਇਹ ਥਲ ਦਾ ਦਰਸ਼ਨ ਹੀ ਸਾਡਾ ਦਰਸ਼ਨ ਹੈ। ਲਿਆਏ ਉਪਾਇਨ ਜੋ ਹਮ ਕਾਰਨ। ਦੇਖੋ ਜੇ ਸਾਡੇ ਵਾਸਤੇ ਕੋਈ ਵੀ ਭੇਟਾ ਕੋਈ ਲੈ ਕੇ ਆਵੇ ਤਾਂ ਇਹੀ ਥਾਂ ਤੇ ਆਕੇ ਮੱਥਾ ਟੇਕ ਦੇਵੇ। ਅਰਪਹਿ ਇਹਾ ਹੋਏ ਦੁਖ ਟਾਰਨ। ਦੇਖੋ ਇੱਥੇ ਅਰਪਣ ਦੇ ਨਾਲ ਉਹਨਾਂ ਦੇ ਸਾਰੇ ਦੁੱਖ ਜਿਹੜੇ ਹਨ ਟਲ ਜਾਣਗੇ, ਉਹਨਾਂ ਦੇ ਅਰਦਾਸਾਂ ਪੂਰੀਆਂ ਹੋ ਜਾਣਗੀਆਂ, ਉਹਨਾਂ ਦੀਆਂ ਅਰਦਾਸਾਂ ਦਰਗਾਹ ਵਿੱਚ ਸੁਣੀਆਂ ਜਾਣਗੀਆਂ। ਖੜੇ ਹੋਏ ਅਰਦਾਸ ਕਰਾਵੇ। ਕਹਿਣਗੇ ਖੜੇ ਹੋ ਕੇ ਥੜੇ ਦੇ ਸਾਹਮਣੇ ਅਰਦਾਸ ਕਰਵਾਉਣੀ ਹੈ। ਪਹੁੰਚ ਹੈ ਹਮੇ ਨਾ ਸੰਕ ਉਪਾਵੇ। ਦੇਖੋ ਉਹ ਅਰਦਾਸ ਸਾਡੇ ਤੱਕ ਪਹੁੰਚੇਗੀ ਡਾਇਰੈਕਟਲੀ, ਇਹਦੇ ਵਿੱਚ ਕੋਈ ਸ਼ੱਕ ਨਹੀਂ ਕਰਨਾ। ਹਮਰੀ ਆਗਿਆ ਕਹੋ ਇਮ ਜਾਣੈ। ਕਹਿਣਗੇ ਸਾਡੀ ਆਗਿਆ ਹੈ ਇਉਂ ਜਾਣਨਾ ਕਰੋ ਸਾਰੇ ਸਿੱਖ ਸੰਗਤੋ। ਇਸ ਥਲ ਤੇ ਨਹਿ ਅਗਰ ਪਿਆਨੈ। ਦੇਖੋ ਇਹ ਥਾਂ ਤੋਂ ਅੱਗੇ ਨਹੀਂ ਚੱਲਣਾ, ਇਹ ਥਾਂ ਤੇ ਰੁਕ ਕਰਕੇ ਅਰਦਾਸਾਂ ਕਰਕੇ ਭੇਟਾਵਾਂ ਚੜਾ ਕੇ ਇੱਥੋਂ ਹੀ ਵਾਪਸ ਮੁੜ ਜਾਣਾ ਹੈ ਪੰਜੋਖਰੇ ਸਾਹਿਬ। ਸੋ ਇਉਂ ਕਰਕੇ ਮਹਾਰਾਜ ਨੇ ਉਹ ਪੰਜੋਖਰੇ ਸਾਹਿਬ ਵਾਲੇ ਅਸਥਾਨ ਨੂੰ ਮਹਾਰਾਜ ਨੇ ਵਰ ਦਿੱਤਾ ਤੇ ਮਹਾਰਾਜ ਨੇ ਕਿਹਾ ਕੋਈ ਵੀ ਉਹ ਅਸਥਾਨ ਤੇ ਆਵੇਗਾ ਤਾਂ ਉਹਨੂੰ ਸਾਡੇ ਦਰਸ਼ਨ ਹੋਣਗੇ। ਜੋ ਹਮ ਪਾਛੇ ਆਗਿਆ ਜਾਵੇ। ਕਹਿਣਗੇ ਜੋ ਹਮ ਪਾਛੇ ਆਗੇ ਜਾਵੇ, ਜਿਹੜਾ ਸਾਡਾ ਬਚਨ ਨਹੀਂ ਮੰਨੇਗਾ ਤੇ ਸਾਡੇ ਪਿੱਛੇ ਪਿੱਛੇ ਦਿੱਲੀ ਤੱਕ ਆਏਗਾ ਸਾਡੇ ਨਾਲ, ਸਿੱਖੀ ਤੇ ਖਾਰਜ ਹੋਏ ਜਾਵੇ। ਕਹਿਣਗੇ ਉਹ ਸਿੱਖੀ ਤੋਂ ਖਾਰਜ ਹੋ ਜਾਏਗਾ, ਉਹ ਸਿੱਖੀ ਤੋਂ ਕੱਢਿਆ ਜਾਏਗਾ, ਉਹਦੇ ਪੱਲੇ ਸਿੱਖੀ ਨਹੀਂ ਰਹੇਗੀ। ਗਨ ਸਿੱਖਨ ਸੁਖ ਦੇਬੇ ਕਾਰਨ। ਕਹਿਣਗੇ ਗਨ ਬਹੁਤ ਸਾਰੇ ਸਿੱਖਾਂ ਨੂੰ ਇਹ ਸੁਖ ਦੇਣ ਵਾਸਤੇ। ਸਬਨ ਸੁਨਾਵਤ ਕੀਨ ਉਚਾਰਨ। ਸਬਨ ਸੁਨਾਵਤ ਸਤਿਗੁਰ ਸੱਚੇ ਪਾਤਸ਼ਾਹ ਨੇ ਇਹ ਬਚਨ ਸੁਣਾਉਣਾ ਕੀਤੇ ਤੇ ਇਹ ਬਚਨ ਕਰਕੇ ਸਿੱਖਾਂ ਦੇ ਜਿਹਨਾਂ ਖੇਚਲਾਂ ਨੂੰ ਹਟਾਉਣ ਵਾਸਤੇ, ਸਿੱਖਾਂ ਨੂੰ ਸੁੱਖ ਦੇਣ ਵਾਸਤੇ, ਤਾਂ ਕਰਕੇ ਜਿਹਦੇ ਕਰਕੇ ਆ ਰਹੇ ਹਨ ਉਹ ਵੀ ਫਲ ਮਿਲੇ ਤੇ ਸੰਗਤ ਨੂੰ ਖੇਚਲ ਵੀ ਨਾ ਹੋਵੇ। ਇੱਕ ਨਿਸ਼ਾਨ ਤੇ ਖਰੋ ਕਰਾਏ। ਦੇਖੋ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਨੇ ਉੱਥੇ ਇੱਕ ਨਿਸ਼ਾਨ ਖੜਾ ਕੀਤਾ। ਇੱਕ ਨਿਸ਼ਾਨ ਅੱਜ ਕੱਲ ਪੰਜੋਖਰਾ ਸਾਹਿਬ ਗੁਰਦੁਆਰੇ ਵਿਖੇ ਉਹੀ ਨਿਸ਼ਾਨ ਸਾਹਿਬ ਹੈ ਜਿਹੜਾ ਖੜਾ ਕੀਤਾ ਹੋਇਆ ਹੈ। ਉਸ ਸਮੇਂ ਮਹਾਰਾਜ ਨੇ ਛੋਟਾ ਕੀਤਾ ਸੀਗਾ, ਉਹ ਨਿਸ਼ਾਨ ਸਤਿਗੁਰਾਂ ਨੇ ਲਾਉਣਾ ਕੀਤਾ। ਕਛਕ ਸਿੱਖ ਤੇ ਥਾਨ ਟਿਕਾਏ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਪੰਜੋਖਰੇ ਸਾਹਿਬ ਵਿਖੇ ਉੱਥੇ ਜਿਹੜਾ ਹਨ ਅਸਥਾਨ ਤੇ ਕਈ ਸਿੱਖਾਂ ਨੂੰ ਉੱਥੇ ਮਹਾਰਾਜ ਨੇ ਸੇਵਾ ਵਿੱਚ ਲਾਇਆ ਵੀ ਤੁਸੀਂ ਸੇਵਾ ਇਹ ਅਸਥਾਨ ਦੀ ਕਰਨੀ ਹੈ ਤੇ ਨਾਲ ਸੰਗਤਾਂ ਦੀ ਵੀ ਸੇਵਾ ਤੇ ਲੰਗਰ ਪਾਣੀ ਦੀ ਕਰਨੀ ਹੈ। ਸੁਨ ਸਿੱਖ ਸਤਿਗੁਰ ਕੀ ਸੁਭ ਬਾਣੀ। ਦੇਖੋ ਇਹ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਸੁਭ ਬਾਣੀ ਨੂੰ ਸੁਣ ਕਰਕੇ ਗੁਰਸਿੱਖਾਂ ਨੇ ਬੇਬਸ ਹੋਏ ਸਭ ਸਿਰ ਧਰਮਾਨੀ। ਦੇਖੋ ਬੇਬਸ ਹਨ, ਚਾਹੁੰਦੇ ਹਨ ਗੁਰੂ ਮਹਾਰਾਜ ਦੇ ਨਾਲ ਜਾਣ ਵਾਸਤੇ ਦਿੱਲੀ ਨੂੰ ਵੀ ਮਹਾਰਾਜ ਦੇ ਦਰਸ਼ਨ ਹੁੰਦੇ ਰਹਿਣਗੇ, ਸੇਵਾ ਕਰਨਗੇ, ਪਰ ਬੇਬਸ ਹੋ ਗਏ, ਉਹਨਾਂ ਦਾ ਬਸ ਨਹੀਂ ਹੁਣ ਚੱਲਦਾ ਤੇ ਮਹਾਰਾਜ ਦਾ ਬਚਨ ਮੰਨਣਾ ਹੀ ਪੈਣਾ ਹੈ। ਤਹਿ ਦਿਨ ਨਿਸਗੁਰ ਤਹਿ ਥਿਤ ਪਏ। ਕਹਿਣਗੇ ਤੇ ਦਿਨ ਕਹਿਣਗੇ ਮਹਾਰਾਜ ਜੀ ਕਹਿੰਦੇ 3 ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਹੜੇ 3 ਰਾਤਾਂ ਉੱਥੇ ਮਹਾਰਾਜ ਨੇ ਰਹਿਣੀਆਂ ਕੀਤੀਆਂ। ਅਗਲ ਦਿਵਸ ਤਿਆਰਾ ਕਏ। ਤੇ ਅਗਲਾ ਦਿਨ ਜਿਹੜਾ ਚੌਥਾ ਦਿਨ ਸੀ ਉਦੋਂ ਮਹਾਰਾਜ ਨੇ ਤਿਆਰੀ ਕਰ ਲਏ ਜਾਣ ਦੇ ਦਿੱਲੀ ਨੂੰ।
ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹ ਪੰਜੋਖਰੇ ਸਾਹਿਬ ਵਿਖੇ ਅੱਜ ਵੀ ਜਿਹੜੇ ਗੁਰਸਿੱਖ ਸ਼ਰਧਾ ਨਾਲ ਜਾਂਦੇ ਨੇ ਉਹਨਾਂ ਨੂੰ ਅੱਜ ਵੀ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਸਾਖਸ਼ਾਤ ਦਰਸ਼ਨ ਹੁੰਦੇ ਹਨ। ਅੱਜ ਵੀ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਹੈ ਤੇ ਦਰਬਾਰ ਸਾਹਿਬ ਦੇ ਅੰਦਰ ਹੀ ਉਹ ਜਿਹੜਾ ਹਨ ਉਹ ਨਿਸ਼ਾਨ ਸਾਹਿਬ ਆ ਗਿਆ ਤੇ ਐਨ ਦਰਬਾਰ ਸਾਹਿਬ ਦੇ ਅੰਦਰ ਹੀ ਹੈ ਹੁਣ ਉਹ ਥੜਾ ਬਣਿਆ ਹੋਇਆ। ਸਤਿਗੁਰੂ ਸੱਚੇ ਪਾਤਸ਼ਾਹ ਨੇ ਜਿਹੜਾ ਥੜਾ ਆਪਣੇ ਜਿਹੜਾ ਹਨ ਬਣਵਾਇਆ ਸੀ ਤੇ ਜਿਹਦੇ ਉੱਤੇ ਬਹਿ ਕੇ ਮਹਾਰਾਜ ਸੰਗਤ ਨੂੰ ਦਰਸ਼ਨ ਦਿਆ ਕਰਦੇ ਸਨ। ਉਹ ਜਿਹੜਾ ਥੜੇ ਨੂੰ ਹੋਰ ਵੱਡਾ ਕਰਕੇ ਉੱਤੇ ਤੱਕ ਨਿਸ਼ਾਨ ਸਾਹਿਬ ਉਹਦੇ ਉੱਤੇ ਲੱਗਿਆ ਹੋਇਆ ਹੈ। ਸੋ ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਕੀਤੀ ਕਿਰਪਾ, ਰਹਿੰਦੀ ਦੁਨੀਆ ਤੱਕ ਸੰਗਤਾਂ ਨੂੰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਦਰਸ਼ਨ ਹੋਣਗੇ। ਸੁਠ ਖਾਸੇ ਪਰ ਗੁਰ ਆਰੋਹੇ। ਸਤਿਗੁਰੂ ਸੱਚੇ ਪਾਤਸ਼ਾਹ ਬੜੇ ਸੁੰਦਰ ਜਿਹੜਾ ਹਨ ਖਾਸਾ ਪਾਲਕੀ ਉੱਤੇ ਮਹਾਰਾਜ ਨੇ ਜਿਹੜਾ ਹਨ ਬੈਠਣਾ ਕੀਤਾ। ਸੰਗ ਬਾਹਿਨੀ ਕੇ ਭੱਟ ਹੋਏ। ਦੇਖੋ ਮਹਾਰਾਜ ਦੇ ਨਾਲ ਮਹਾਰਾਜ ਦੇ ਫੌਜਾਂ ਦੇ ਜਿਹੜੇ ਹਨ ਫੌਜੀ ਜਿਹੜੇ ਸਿੰਘ ਹਨ ਉਹ ਵੀ ਨਾਲ ਹਨ। ਧੌਂਸਾ ਤੁਮਕਾਰਿਓ ਬਹੁ ਭਾਰੀ। ਮਹਾਰਾਜ ਦੇ ਚੱਲਣ ਦੇ ਵੇਲੇ ਉਹਨਾਂ ਨੇ ਇੱਕ ਵੱਡਾ ਨਗਾਰਾ ਵੀ ਵਜਾਇਆ। ਸਭ ਸੰਗਤ ਪਗ ਬੰਧਨ ਧਾਰੀ। ਸਾਰੀ ਸੰਗਤ ਨੇ ਸਤਿਗੁਰਾਂ ਦੇ ਚਰਨਾਂ ਤੇ ਮੱਥਾ ਟੇਕਿਆ। ਦੇ ਧੀਰਜ ਸਤਿਗੁਰੂ ਪਿਆਨੇ। ਮਹਾਰਾਜ ਜੀ ਧੀਰਜ ਦੇ ਕੇ ਸਾਰਿਆਂ ਨੂੰ ਸਤਿਗੁਰੂ ਜੀ ਅੱਗੇ ਚੱਲੇ ਹਨ। ਸੰਗਤ ਥਿਤ ਪੀ ਤਿਸੀ ਸਥਾਨੇ। ਸੰਗਤ ਜਿਹੜੀ ਹੈ ਉੱਥੇ ਪੰਜੋਖਰਾ ਸਾਹਿਬ ਹੀ ਰੁਕ ਗਈ। ਗੁਰੂ ਬਚਨ ਨਹਿ ਉਲਗ ਸਕਾਏ। ਦੇਖੋ ਕੋਈ ਵੀ ਸਤਿਗੁਰਾਂ ਦੇ ਬਚਨ ਦੀ ਉਲੰਘਣਾ ਨਹੀਂ ਕਰ ਸਕਦਾ। ਜਿਹ ਲਗ ਗੁਰ ਦਰਸੇ ਦਰਸਾਏ। ਜਿੱਥੋਂ ਤੱਕ ਸਤਿਗੁਰਾਂ ਦੇ ਦਰਸ਼ਨ ਹੁੰਦੇ ਗਏ ਸੰਗਤਾਂ ਖੜ ਕੇ ਦਰਸ਼ਨ ਕਰਦੀਆਂ ਰਹੀਆਂ। ਪੁਨ ਸ੍ਰੀ ਸਤਿਗੁਰ ਅਗਰ ਸਿਧਾਏ। ਫੇਰ ਸਤਿਗੁਰ ਜੀ ਅੱਗੇ ਸੁਧਾਰ ਗਏ ਅੱਗੇ ਨੂੰ ਜਿਹੜੇ ਹਨ ਚਾਲੇ ਪਾ ਦਿੱਤੇ। ਬੇਬਸ ਹੋਏ ਸਿੱਖ ਪਛ ਹੈ ਆਏ। ਦੇਖੋ ਸਿੱਖ ਜਿਹੜੇ ਬੇਬਸ ਹੋ ਕੇ ਵਿਚਾਰੇ ਪਿੱਛੇ ਨੂੰ ਆ ਗਏ ਤੇ ਫੇਰ ਉੱਥੇ ਹੀ ਜਿਹੜੇ ਰਹਿ ਪਏ ਹਨ। ਤਬ ਤੇ ਜੋ ਸਿੱਖ ਚੱਲ ਕੇ ਆਵੇ। ਦੇਖੋ ਤਬ ਤੇ ਕਹਿੰਦੇ ਉਦੋਂ ਤੋਂ ਲੈ ਕੇ ਜਿਹੜਾ ਵੀ ਸਿੱਖ ਆਉਂਦਾ ਹੈ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਦਰਸ਼ਨਾਂ ਵਾਸਤੇ ਗੁਰ ਦਰਸ਼ਨ ਕੋ ਚਿਤ ਲਲਚਾਵੇ। ਜਿਨ੍ਹਾਂ ਦਾ ਚਿੱਤ ਲਲਚਾਉਂਦਾ ਹੈ ਇੱਛਾ ਕਰਦਾ ਹੈ ਕਿ ਗੁਰੂ ਮਹਾਰਾਜ ਦੇ ਦਰਸ਼ਨ ਹੋ ਜਾਣ। ਸੁਨੈ ਹੁਕਮ ਸ੍ਰੀ ਸਤਿਗੁਰ ਕੇਰਾ। ਸਤਿਗੁਰ ਸੱਚੇ ਪਾਤਸ਼ਾਹ ਦਾ ਹੁਕਮ ਜਿਹੜਾ ਪੰਜੋਖਰਾ ਸਾਹਿਬ ਵਾਲਾ ਹੈ ਸੰਗਤਾਂ ਸੁਣਦੀਆਂ ਹਨ। ਨਹਿ ਗਮ ਨਹਿ ਅੱਗ ਹੈ ਤਿਸ ਬੇਰਾ। ਫੇਰ ਉਸ ਵੇਲੇ ਅੱਗੇ ਨਹੀਂ ਜਾਂਦੇ ਉੱਥੇ ਹੀ ਰੁਕ ਜਾਂਦੇ ਹਨ ਪੰਜੋਖਰਾ ਸਾਹਿਬ ਵਿਖੇ। ਹਾਲ ਪੰਜੋਖਰੇ ਗੁਰ ਦਰਸਾਵੇ। ਦੇਖੋ ਪੰਜੋਖਰੇ ਸਾਹਿਬ ਵਿਖੇ ਹੀ ਸੰਗਤਾਂ ਨੂੰ ਉੱਥੇ ਪ੍ਰਤੱਖ ਸਤਿਗੁਰੂ ਜੀ ਦਰਸ਼ਨ ਦਿੰਦੇ ਰਹੇ ਹਨ। ਮਨ ਬਾਛਤ ਕਉ ਪਾ ਫਿਰ ਆਵੇ। ਦੇਖੋ ਅੱਜ ਤੱਕ ਵੀ ਸੰਗਤਾਂ ਦੀਆਂ ਇੱਛਾਵਾਂ ਪੂਰੀਆਂ ਹੁੰਦੀਆਂ ਨੇ। ਜਿਹੜੇ ਵੀ ਉੱਥੇ ਜਾਂਦੇ ਨੇ ਪੰਜੋਖਰਾ ਸਾਹਿਬ ਕਹਿੰਦੇ ਮਹਾਰਾਜ ਦਾ ਬਚਨ ਅੱਜ ਵੀ ਜਿਹੜਾ ਹਨ ਸਫਲ ਹੈ। ਹਾਲ ਪੰਜੋਖਰੇ ਗੁਰ ਦਰਸਾਵੇ। ਮਨ ਬਾਛਤ ਕਉ ਪਾ ਫਿਰ ਆਵੇ। ਇਤ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥੇ ਅਸਥਮ ਮਹੱਲੇ ਸ੍ਰੀ ਗੁਰੂ ਜੀ ਪੰਜੋਖਰੇ ਪ੍ਰਸੰਗ ਵਰਣਨ ਨਾਮ ਚਤੁਰਥੋ ਮੰਦਰ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।